ਹੈਲੋ ਫਰੈਂਡਸ, ਵੈਲਕਮ ਟੂ ਵੈਬ ਇਕਨੋਮਿਕਸ। ਉਮੀਦ ਹੈ ਤੁਸੀਂ ਸਾਰੇ ਠੀਕ ਹੋ, ਤੁਹਾਨੂੰ ਮੇਰੀ ਵੀਡੀਓਜ਼ ਦਾ ਬੈਨੀਫਿਟ ਹੋ ਰਿਹਾ। ਮੇਰੀ ਵੀਡੀਓਜ਼ ਤੁਹਾਡੀ ਸਟੱਡੀਜ਼ ਲਈ ਹੈਲਪਫੁਲ ਹੋ ਰਹੀਆਂ ਨੇ। ਲਾਸਟ ਵੀਡੀਓ ਵਿੱਚ ਆਪਾਂ ਗੱਲ ਕੀਤੀ ਸੀ ਕਿ ਇਕਨੋਮਿਕਸ ਨੂੰ ਸਾਇੰਸ ਕਿਉਂ ਕਿਹਾ ਜਾਂਦਾ ਹੈ। ਇਸ ਲੈਕਚਰ ਵਿੱਚ ਆਪਾਂ ਗੱਲ ਕਰਾਂਗੇ ਕਿ ਇਕਨੋਮਿਕਸ ਨੂੰ ਪੋਜ਼ਿਟਿਵ ਸਾਇੰਸ ਜਾਂ ਨੋਰਮੇਟਿਵ ਸਾਇੰਸ ਕਿਉਂ ਕਿਹਾ ਜਾਂਦਾ ਹੈ, ਕਿ ਇਕਨੋਮਿਕਸ ਪੋਜ਼ਿਟਿਵ ਸਾਇੰਸ ਹੈ ਜਾਂ ਫਿਰ ਇਕਨੋਮਿਕਸ ਨੋਰਮੇਟਿਵ ਸਾਇੰਸ ਹੈ ਜਾਂ ਫਿਰ ਇਕਨੋਮਿਕਸ ਪੋਜ਼ਿਟਿਵ ਤੇ ਨੋਰਮੇਟਿਵ ਦੋਨੋਂ ਸਾਇੰਸਿਸ ਹੈ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਰੋਬਿਨਸ ਤੇ ਫਰੀਡਮੈਨ। ਇਹਨਾਂ ਨੇ ਕਿਹਾ ਕਿ ਇਕਨੋਮਿਕਸ ਸਿਰਫ ਪੋਜ਼ਿਟਿਵ ਸਾਇੰਸ ਹੈ। ਉਸ ਤੋਂ ਬਾਅਦ ਮਾਰਸ਼ਲ, ਪੀਗੂ, ਹੌਟਰੇ, ਵੋਲਫ ਇਹੋ ਜਿਹੇ ਇਕਨੋਮਿਸਟ ਨੇ ਜੋ ਇਹ ਐਗਰੀ ਕਰਦੇ ਨੇ ਕਿ ਜੋ ਇਕਨੋਮਿਕਸ ਹੈ ਦੋਨੋਂ ਪੋਜ਼ਿਟਿਵ ਸਾਇੰਸਿਸ ਵੀ ਹੈ ਅਤੇ ਨੋਰਮੇਟਿਵ ਸਾਇੰਸਿਸ ਵੀ ਹੈ। ਇਹ ਗੱਲ ਕਰਨ ਤੋਂ ਪਹਿਲਾਂ ਕਿ ਇਕਨੋਮਿਕਸ ਪੋਜ਼ਿਟਿਵ ਸਾਇੰਸ ਹੈ ਜਾਂ ਫਿਰ ਇਕਨੋਮਿਕਸ ਨੋਰਮੇਟਿਵ ਸਾਇੰਸ ਹੈ, ਆਪਾਂ ਥੋੜ੍ਹਾ ਜਿਹਾ ਡਿਫਰੈਂਸ ਦੇਖ ਲੈਂਦੇ ਹਾਂ ਕਿ ਪੋਜ਼ਿਟਿਵ ਸਾਇੰਸ ਅਤੇ ਨੋਰਮੇਟਿਵ ਸਾਇੰਸ ਵਿੱਚ ਡਿਫਰੈਂਸ ਕੀ ਹੈ, ਪੋਜ਼ਿਟਿਵ ਸਾਇੰਸ ਕੀ ਹੈ ਜਾਂ ਨੋਰਮੇਟਿਵ ਸਾਇੰਸ ਕੀ ਹੈ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਪੋਜ਼ਿਟਿਵ ਸਾਇੰਸ ਦੀ। ਪੋਜ਼ਿਟਿਵ ਸਾਇੰਸ ਡਿਸਕਸ ਕਰਦੀ ਹੈ ਕਿ ਕੀ ਚੱਲ ਰਿਹਾ ਹੈ, ਕੀ ਸੀ ਜਾਂ ਕੀ ਹੋ ਸਕਦਾ ਹੈ। ਅਗਰ ਇਕਨੋਮਿਕਸ ਵਿੱਚ ਆਪਾਂ ਗੱਲ ਕਰੀਏ ਤਾਂ ਇਹ ਸਟੱਡੀ ਕਰਦਾ ਹੈ, ਮੰਨ ਲਓ ਕਿ ਪ੍ਰਾਈਸਿਸ ਕੀ ਸੀ ਪਹਿਲੇ, ਅੱਜ ਤੋਂ 2 ਸਾਲ ਪਹਿਲਾਂ 5 ਸਾਲ ਪਹਿਲਾਂ ਪ੍ਰਾਈਸਿਸ ਕੀ ਸੀ, ਹੁਣ ਪ੍ਰਾਈਸਿਸ ਕੀ ਨੇ, ਅਤੇ ਉਹਨਾਂ ਦੇ ਬੇਸਿਸ 'ਤੇ ਇਹ ਡਿਟਰਮਾਈਨ ਕਰਨਾ ਕਿ ਪ੍ਰਾਈਸਿਸ ਕੀ ਹੋ ਸਕਦੇ ਨੇ। ਅਗਲੇ 10 ਸਾਲਾਂ ਵਿੱਚ ਮਹਿੰਗਾਈ ਕਿੰਨੀ ਹੋ ਸਕਦੀ ਹੈ, ਕਿ ਇਨਫਲੇਸ਼ਨ ਰੇਟ ਹੋ ਸਕਦਾ ਹੈ, ਕਿ ਡਿਫਲੇਸ਼ਨ ਰੇਟ ਹੋ ਸਕਦਾ ਹੈ, ਕਿੰਨੀ ਗਰੋਥ ਹੋ ਸਕਦੀ ਹੈ। ਇਹ ਸਾਰੀਆਂ ਗੱਲਾਂ ਪੋਜ਼ਿਟਿਵ ਸਾਇੰਸ ਦੇ ਅੰਡਰ ਡਿਸਕਸ ਕੀਤੀਆਂ ਜਾਂਦੀਆਂ ਨੇ। ਉਸ ਤੋਂ ਨੈਕਸਟ ਆਪਾਂ ਗੱਲ ਕਰਦੇ ਹਾਂ ਨੋਰਮੇਟਿਵ ਸਾਇੰਸ। ਨੋਰਮੇਟਿਵ ਸਾਇੰਸ ਇਮੋਸ਼ਨਲ ਬੇਸਡ ਹੁੰਦੀ ਹੈ, ਇਮੋਸ਼ਨਸ ਬੇਸਡ ਹੁੰਦੀ ਹੈ। ਨੋਰਮੇਟਿਵ ਸਾਇੰਸ ਦੇ ਅੰਦਰ ਸਟੱਡੀ ਕੀਤਾ ਜਾਂਦਾ ਹੈ ਕਿ ਕਿਸ ਤਰ੍ਹਾਂ ਹਿਊਮਨ ਬੀਇੰਗ ਦਾ ਵੈਲਫੇਅਰ ਵਧਾਇਆ ਜਾ ਸਕਦਾ ਹੈ, ਉਸ ਦੀ ਕਿਸ ਤਰ੍ਹਾਂ ਕਲਿਆਣ ਕੀਤਾ ਜਾ ਸਕਦਾ, ਕਿਸ ਤਰ੍ਹਾਂ ਕੰਟਰੀ ਦੀ ਡਿਵੈਲਪਮੈਂਟ ਕੀਤੀ ਜਾ ਸਕਦੀ ਹੈ, ਕਿਸ ਤਰ੍ਹਾਂ ਇਕੁਐਲਿਟੀ ਲਿਆਂਦੀ ਜਾ ਸਕਦੀ ਹੈ। ਸੋ ਜੋ ਨੋਰਮੇਟਿਵ ਸਾਇੰਸ ਹੈ ਇਹ ਡਿਸਕਸ ਕਰਦੀ ਹੈ ਵਾਟ ਔਟ ਟੂ ਬੀ, ਕੀ ਹੋ ਸਕਦਾ ਹੈ, ਕੀ ਹੋਣਾ ਚਾਹੀਦਾ ਸੀ, ਹੋ ਕੀ ਰਿਹਾ ਹੈ। ਇਹ ਸਾਰੀਆਂ ਗੱਲਾਂ ਤੋਂ ਅਲੱਗ ਜੋ ਇਮੋਸ਼ਨਸ ਬੇਸਡ ਗੱਲਾਂ ਨੇ ਉਹ ਨੋਰਮੇਟਿਵ ਸਾਇੰਸ ਦੇ ਅੰਡਰ ਆਉਂਦੀਆਂ ਨੇ। ਸੋ ਨੈਕਸਟ ਆਪਾਂ ਪੜ੍ਹਦੇ ਹਾਂ ਕਿ ਇਕਨੋਮਿਕਸ ਐਜ਼ ਏ ਪੋਜ਼ਿਟਿਵ ਸਾਇੰਸ। ਇਕਨੋਮਿਕਸ ਨੂੰ ਪੋਜ਼ਿਟਿਵ ਸਾਇੰਸ ਕਿਉਂ ਕਿਹਾ ਜਾਂਦਾ ਹੈ, ਕਿਉਂ ਇਹ ਕਿਹਾ ਜਾਂਦਾ ਹੈ ਕਿ ਇਕਨੋਮਿਕਸ ਪੋਜ਼ਿਟਿਵ ਸਾਇੰਸ ਦੇ ਨਾਲ ਹੀ ਰਿਸਟ੍ਰਿਕਟ ਹੋਣੀ ਚਾਹੀਦੀ ਹੈ। ਸਭ ਤੋਂ ਪਹਿਲਾਂ ਆਪਾਂ ਆਰ.ਟੀ. ਬਾਈ ਦੀ ਕੋਟ ਪੜ੍ਹ ਲੈਂਦੇ ਹਾਂ, ਜਿਨ੍ਹਾਂ ਵਿੱਚੋਂ ਕਹਿੰਦੇ ਨੇ ਪੋਜ਼ਿਟਿਵ ਸਾਇੰਸ ਕੰਫਾਈਨਸ ਇਟਸੈਲਫ ਟੂ ਐਕੂਰੇਟ ਡਿਸਕ੍ਰਿਪਸ਼ਨ ਆਫ ਫਿਨੋਮੀਨਾ, ਇਟ ਐਕਸਪਲੇਨਸ ਵਾਟ ਇਜ਼, ਹਾਊ ਇਟ ਵਰਕਸ ਐਂਡ ਵਾਟ ਆਰ ਇਟਸ ਇਫੈਕਟਸ। ਉਹ ਕਹਿੰਦੇ ਨੇ ਕਿ ਕੋਈ ਵੀ ਫਿਨੋਮੀਨਾ ਅਗਰ ਪ੍ਰਾਈਸਿਸ ਨੇ ਤਾਂ ਉਹ ਕਹਿੰਦੇ ਨੇ ਕਿ ਪੋਜ਼ਿਟਿਵ ਸਾਇੰਸ ਦੇ ਅੰਦਰ ਇਹ ਐਕਸਪਲੇਨ ਕੀਤਾ ਜਾਂਦਾ ਕਿ ਇਹ ਕੀ ਹੈ, ਪ੍ਰਾਈਸਿਸ ਹੁਣ ਕੀ ਨੇ, ਕਿਸ ਤਰ੍ਹਾਂ ਕੰਮ ਕਰ ਰਹੇ ਨੇ, ਇਹਨਾਂ ਦਾ ਕੀ ਇਫੈਕਟ ਪੈ ਰਿਹਾ ਇਕੋਨਮੀ ਦੇ ਉੱਤੇ, ਅਤੇ ਕੀ ਇਹ ਸਾਰੀਆਂ ਜੋ ਗੱਲਾਂ ਨੇ ਇਹ ਪੋਜ਼ਿਟਿਵ ਸਾਇੰਸ ਦੇ ਅੰਦਰ ਡਿਸਕਸ ਕੀਤੀਆਂ ਜਾਂਦੀਆਂ ਨੇ। ਸੋ ਨੈਕਸਟ ਜੋ ਇਕੋਨਮਿਸਟਸ ਨੇ, ਸੀਨੀਅਰ ਨੇ, ਮਿਲਟਨ ਫਰੀਡਮੈਨ ਨੇ, ਇਹ ਐਡਵੋਕੇਟ ਕਰਦੇ ਨੇ ਕਿ ਇਕਨੋਮਿਕਸ ਇੱਕ ਪੋਜ਼ਿਟਿਵ ਸਾਇੰਸ ਹੈ। ਇਸੇ ਦੇ ਨਾਲ ਹੀ ਲੋਰਡ ਕੇਨਸ ਨੇ ਜੋ ਫਾਦਰ ਆਫ ਮੈਕਰੋ ਇਕਨੋਮਿਕਸ ਨੇ, ਉਹ ਕਹਿੰਦੇ ਨੇ ਕਿ ਕਿਸੇ ਵੀ ਇਕੋਨਮਿਸਟ ਦਾ ਕੰਮ ਇਹ ਨਹੀਂ ਹੁੰਦਾ ਕਿ ਜੋ ਵੀ ਸਟੈਟਿਸਟਿਕਸ ਮਿਲਦੇ ਨੇ, ਮਹਿੰਗਾਈ ਦਾ ਜੋ ਰੇਟ ਹੈ, ਅਨਇੰਪਲੋਇਮੈਂਟ ਦਾ ਜੋ ਰੇਟ ਹੈ ਉਹ ਸਹੀ ਹੈ ਜਾਂ ਗਲਤ, ਇਹ ਇਕੋਨਮਿਸਟ ਦਾ ਕੰਮ ਨਹੀਂ ਹੈ। ਇਕੋਨਮਿਸਟ ਦਾ ਕੰਮ ਸਿਰਫ ਦੱਸਣਾ ਹੈ ਕਿ ਕੀ ਰੇਟ ਹੈ, ਕੀ ਚੱਲ ਰਿਹਾ ਹੈ, ਕਿੰਨਾ ਚੱਲ ਰਿਹਾ ਹੈ। ਉਹਦਾ ਇਹ ਕੰਮ ਨਹੀਂ ਹੈ ਕਿ ਉਹ ਕਿਸ ਤਰ੍ਹਾਂ ਹਿਊਮਨ ਦੀ ਡਿਵੈਲਪਮੈਂਟ ਹੋਏਗੀ, ਕਿਸ ਤਰ੍ਹਾਂ ਕੰਟਰੀ ਦੀ ਡਿਵੈਲਪਮੈਂਟ ਹੋਏਗੀ, ਜਾਂ ਅਨਇੰਪਲੋਇਮੈਂਟ ਨੂੰ ਕਿਸ ਤਰ੍ਹਾਂ ਘੱਟ ਕੀਤਾ ਜਾ ਸਕਦਾ, ਕਿਸ ਤਰ੍ਹਾਂ ਡਿਮਾਂਡ ਨੂੰ ਇਨਕਰੀਜ਼ ਕੀਤਾ ਜਾ ਸਕਦਾ। ਇਹ ਸਾਰੇ ਕੰਮ ਇਕੋਨਮਿਸਟ ਦੇ ਨਹੀਂ ਹੈ। ਇਕੋਨਮਿਸਟ ਨੇ ਸਿਰਫ ਦੱਸਣਾ ਹੈ ਕਿ ਕੀ ਗਰੋਥ ਰੇਟ ਹੈ, ਕਿੰਨਾ ਚੱਲ ਰਿਹਾ, ਕੀ ਇਹਦੇ ਇਫੈਕਟ ਪੈ ਰਹੇ ਨੇ। ਸੋ ਇਸੇ ਦੇ ਨਾਲ ਹੀ ਆਪਾਂ ਗੱਲ ਕਰਦੇ ਹਾਂ ਲਾਰਡ ਰੋਬਿਨਸ ਦੀ, ਜਿਨ੍ਹਾਂ ਦਾ ਓਪੀਨੀਅਨ ਹੈ ਕਿ ਜੇਕਰ ਇਕਨੋਮਿਕਸ ਨੂੰ ਸਿਰਫ ਪੋਜ਼ਿਟਿਵ ਸਾਇੰਸ 'ਤੇ ਰਿਸਟ੍ਰਿਕਟ ਕੀਤਾ ਜਾ ਸਕੇ ਜਾਂਦਾ ਹੈ ਜਾਂ ਕੀਤਾ ਜਾ ਰਿਹਾ ਤਾਂ ਉਹਦੇ ਕੀ ਐਡਵਾਂਟੇਜਸ ਹੋ ਸਕਦੇ ਨੇ, ਕਿ ਇਕੋਨਮੀ ਨੂੰ ਫਾਇਦਾ ਹੋ ਸਕਦਾ ਹੈ, ਕਿ ਕੰਟਰੀ ਨੂੰ ਫਾਇਦਾ ਹੋ ਸਕਦਾ ਹੈ, ਕਿ ਇਕੋਨਮਿਸਟ ਨੂੰ ਫਾਇਦਾ ਹੋ ਸਕਦਾ ਹੈ, ਕਿਸ ਤਰ੍ਹਾਂ ਉਹਨਾਂ ਦੇ ਕੰਮ ਹੋਣਗੇ। ਤਾਂ ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਕੀ ਕਹਿੰਦੇ ਨੇ। ਇਕਨੋਮਿਕਸ ਕੁਡ ਸਟੱਡੀ ਮੋਰ ਲੌਜੀਕਲੀ ਪੋਜ਼ਿਟਿਵ ਸਾਇੰਸ ਰੈਦਰ ਦੈਨ ਇਮੋਸ਼ਨਲੀ ਐਜ਼ ਇਨ ਨੋਰਮੇਟਿਵ ਸਾਇੰਸ। ਉਹ ਕਹਿੰਦੇ ਨੇ ਕਿ ਜੇ ਇਕਨੋਮਿਕਸ ਨੂੰ ਸਿਰਫ ਪੋਜ਼ਿਟਿਵਲੀ ਸਟੱਡੀ ਕੀਤਾ ਜਾਏ, ਉਹਦੇ ਸਿਰਫ ਪੋਜ਼ਿਟਿਵ ਆਸਪੈਕਟ ਨੂੰ ਸਟੱਡੀ ਕੀਤਾ ਜਾਏ, ਉਹਦੇ ਇਮੋਸ਼ਨਲੀ ਉਹਨੂੰ ਨਾ ਸਟੱਡੀ ਕੀਤਾ ਜਾਏ, ਤਾਂ ਮੋਰ ਲੌਜੀਕਲੀ ਜੋ ਉਹਦੇ ਡਿਸੀਜ਼ਨ ਨੇ, ਜੋ ਡਾਟਾ ਹੈ ਉਹ ਜ਼ਿਆਦਾ ਵਧੀਆ ਤਰੀਕੇ ਨਾਲ ਕੱਢਿਆ ਜਾ ਸਕਦਾ ਹੈ। ਉਹਦੇ 'ਤੇ ਕੋਈ ਪ੍ਰੈਸ਼ਰ ਨਹੀਂ ਹੋਣਾ ਚਾਹੀਦਾ ਇਕੋਨਮਿਸਟ 'ਤੇ ਕਿ ਇਹ ਡਿਵੈਲਪਮੈਂਟ ਹੋਣੀ ਚਾਹੀਦੀ ਹੈ, ਹਿਊਮਨ ਬੀਇੰਗ ਦੀ, ਕੰਟਰੀ ਦੀ ਡਿਵੈਲਪਮੈਂਟ ਹੋਣੀ ਚਾਹੀਦੀ ਹੈ, ਅਨਇੰਪਲੋਇਮੈਂਟ ਨੂੰ ਕਿਸ ਤਰ੍ਹਾਂ ਘਟਾਇਆ ਜਾ ਸਕੇ। ਇਸ ਤਰ੍ਹਾਂ ਕੋਈ ਲੌਜੀਕਲ ਰੀਜ਼ਨਸ ਨਹੀਂ ਨਿਕਲਣਗੇ, ਕੋਈ ਲੌਜੀਕਲ ਡਾਟਾ ਨਹੀਂ ਨਿਕਲੇਗਾ। ਸੋ ਰੋਬਿਨਸ ਕਹਿੰਦੇ ਨੇ ਕਿ ਇਕਨੋਮਿਕਸ ਨੂੰ ਪੋਜ਼ਿਟਿਵ ਸਾਇੰਸ 'ਤੇ ਹੀ ਰਿਸਟ੍ਰਿਕਟ ਰਹਿਣਾ ਚਾਹੀਦਾ ਹੈ।
ਨੈਕਸਟ ਹੈ ਇਕੋਨਮਿਸਟਸ ਵਿਲ ਵਰਕ ਮੋਰ ਐਫੀਸ਼ੀਐਂਟਲੀ ਇਫ ਦੇ ਕੰਸਨਟਰੇਟ ਔਨ ਓਨਲੀ ਪੋਜ਼ੀਟਿਵ ਆਸਪੈਕਟ ਆਫ ਇਕਨੋਮਿਕਸ। ਉਸੇ ਤਰ੍ਹਾਂ ਉਹ ਕਹਿੰਦੇ ਨੇ ਕਿ ਅਗਰ ਆਪਾਂ ਸਟੱਡੀ ਵਿੱਚ ਡਿਵੀਜ਼ਨ ਆਫ ਲੇਬਰ ਦੀ ਗੱਲ ਕਰੀਏ ਤਾਂ ਅਗਰ ਆਪਾਂ ਨੋਰਮੇਟਿਵ ਸਾਇੰਸ ਦੀ ਗੱਲ ਕਰੀਏ ਤਾਂ ਸੋਸ਼ਲ ਸਾਇੰਸਿਸ ਦੇ ਅੰਡਰ ਆਉਂਦੀ ਹੈ। ਹਿਊਮਨ ਡਿਵੈਲਪਮੈਂਟ ਕਿਸ ਤਰ੍ਹਾਂ ਹੋਣੀ ਹੈ ਸੋਸ਼ਲ ਸਾਇੰਸਿਸ ਦੇ ਅੰਡਰ ਆਉਂਦੀ ਹੈ। ਉਸੇ ਤਰ੍ਹਾਂ ਲਾਰਡ ਰੋਬਿਨਸ ਕਹਿੰਦੇ ਨੇ ਕਿ ਅਗਰ ਆਪਾਂ ਇਹ ਡਿਵੀਜ਼ਨ ਆਫ ਲੇਬਰ ਕਰ ਦਈਏ ਤੇ ਸਿਰਫ ਇਕੋਨਮਿਸਟਸ ਜੋ ਨੇ ਉਹ ਸਿਰਫ ਪੋਜ਼ੀਟਿਵ ਐਸਪੈਕਟ ਨੂੰ ਸਟੱਡੀ ਕਰਨ ਤੇ ਜੋ ਹਿਊਮਨ ਦੀ ਡਿਵੈਲਪਮੈਂਟ ਹੈ ਇਹ ਸਾਰੀਆਂ ਗੱਲਾਂ ਨੇ ਅਗਰ ਸੋਸ਼ਲ ਸਾਇੰਟਿਸਟ ਦੇ ਉੱਤੇ ਛੱਡ ਦਈਏ ਤਾਂ ਕਹਿੰਦੇ ਕਿ ਜ਼ਿਆਦਾ ਐਫੀਸ਼ੀਐਂਟਲੀ ਇਕੋਨਮਿਸਟਸ ਕੰਮ ਕਰ ਸਕਣਗੇ, ਉਹਨਾਂ 'ਤੇ ਕੋਈ ਪ੍ਰੈਸ਼ਰ ਨਹੀਂ ਹੋਏਗਾ। ਉਹ ਨੈਕਸਟ ਉਹ ਕਹਿੰਦੇ ਨੇ ਕਿ ਜੋ ਇਕੋਨਮਿਸਟ ਦੇ ਅੰਦਰ ਜੋ ਡਿਫਰੈਂਸਿਸ ਨੇ ਅਗਰ ਸਾਰੇ ਸਿਰਫ ਪੋਜ਼ੀਟਿਵ ਆਸਪੈਕਟ 'ਤੇ ਸਟੱਡੀ ਕਰਨਗੇ ਤਾਂ ਉਹ ਡਿਫਰੈਂਸਿਸ ਘੱਟ ਹੋ ਜਾਣਗੇ। ਕਿਸੇ ਵੀ ਸਬਜੈਕਟ ਨੂੰ ਅੱਛੀ ਤਰ੍ਹਾਂ ਚਲਾਉਣ ਲਈ ਉਹਦੇ ਜੋ ਰਿਸਰਚਿਸ ਨੇ ਉਹਨਾਂ ਵਿੱਚ ਐਗਰੀਮੈਂਟਸ ਜ਼ਿਆਦਾ ਹੋਣੇ ਚਾਹੀਦੇ ਨੇ ਅਤੇ ਡਿਸਐਗਰੀਮੈਂਟਸ ਘੱਟ ਹੋਣੇ ਚਾਹੀਦੇ ਨੇ। ਸੋ ਕਹਿੰਦੇ ਨੇ ਕਿ ਅਗਰ ਉਹ ਜ਼ਿਆਦਾ ਉਹਨਾਂ ਦੇ ਡਿਫਰੈਂਸਿਸ ਹੋਣਗੇ ਤਾਂ ਰਿਸਰਚ ਅੱਛੀ ਨਹੀਂ ਹੋ ਪਾਏਗੀ। ਸੋ ਅਗਰ ਸਿਰਫ ਪੋਜ਼ੀਟਿਵ ਆਸਪੈਕਟ ਦੀ ਗੱਲ ਕੀਤੀ ਜਾਏਗੀ ਤਾਂ ਜੋ ਰਿਸਰਚਿਸ ਨੇ ਉਹਨਾਂ ਵਿੱਚ ਡਿਫਰੈਂਸਿਸ ਘੱਟ ਹੋਣਗੇ, ਉਹਨਾਂ ਦੇ ਵਿਊ ਪੁਆਇੰਟਸ ਸੇਮ ਹੋਣਗੇ। ਸੋ ਇੱਕ ਐਡਵਾਂਟੇਜ ਹੈ ਪੋਜ਼ੀਟਿਵ ਸਾਇੰਸ ਤੱਕ ਰਿਸਟ੍ਰਿਕਟ ਕਰਨ ਦੀ। ਨੈਕਸਟ ਹੈ ਮੋਰ ਨਿਊਟਰੈਲਿਟੀ। ਇਕੋਨਮਿਸਟਸ ਕੁਡ ਨੋਟ ਪ੍ਰੈਜ਼ੈਂਟ ਰੀਅਲਿਸਟਿਕ ਸਟੈਟਿਸਟਿਕਸ ਇਫ ਦੇ ਪ੍ਰੈਸ਼ਰ ਬਾਏ ਅਥੋਰਿਟੀਜ਼ ਟੂ ਪ੍ਰੈਜ਼ੈਂਟ ਨੋਰਮੇਟਿਵ ਆਸਪੈਕਟ। ਉਸੇ ਤਰ੍ਹਾਂ ਜਿਸ ਤਰ੍ਹਾਂ ਆਪਾਂ ਪਹਿਲਾਂ ਗੱਲ ਕੀਤੀ ਕਿ ਅਗਰ ਅਥੋਰਿਟੀਜ਼ ਪ੍ਰੈਸ਼ਰਾਈਜ਼ ਕਰਨਗੀਆਂ ਇਕੋਨਮਿਸਟਸ ਨੂੰ ਕਿ ਤੁਸੀਂ ਇਹ ਦੱਸੋ ਕਿ ਅਨਇੰਪਲੋਇਮੈਂਟ ਰੇਟ ਘੱਟ ਕਿੱਦਾਂ ਕੀਤਾ ਜਾ ਸਕਦਾ ਹੈ, ਜਾਂ ਫਿਰ ਤੁਸੀਂ ਮਹਿੰਗਾਈ ਨੂੰ ਕੰਟਰੋਲ ਕਰੋ, ਜਾਂ ਫਿਰ ਤੁਸੀਂ ਇਹ ਦੱਸੋ ਕਿ ਇਕੋਨਮੀ ਦੀ ਡਿਵੈਲਪਮੈਂਟ ਕਿਸ ਤਰ੍ਹਾਂ ਕੀਤੀ ਜਾ ਸਕਦੀ ਹੈ, ਇਸ ਦੇ ਮੈਜਰਮੈਂਟਸ ਦੱਸੋ, ਤਾਂ ਜੋ ਇਕੋਨਮਿਸਟ ਨੇ ਉਹਨੇ ਅੱਛੇ ਤਰੀਕੇ ਨਾਲ ਕੰਮ ਨਹੀਂ ਕਰ ਪਾਉਣਗੇ, ਉਹਨਾਂ ਨਿਊਟਰਲ ਨਹੀਂ ਰਹਿ ਪਾਉਣਗੇ ਅਗਰ ਉਹ ਨੋਰਮੇਟਿਵ ਅਤੇ ਪੋਜ਼ੀਟਿਵ ਦੋਨੋਂ ਆਸਪੈਕਟਸ ਨੂੰ ਦੇਖਣਗੇ। ਸੋ ਇਕੋਨਮਿਸਟ ਨੂੰ ਸਿਰਫ ਪੋਜ਼ੀਟਿਵ ਆਸਪੈਕਟ 'ਤੇ ਰਹਿਣਾ ਚਾਹੀਦਾ ਹੈ, ਉਹਦੀ ਸਟੱਡੀ ਸਿਰਫ ਪੋਜ਼ੀਟਿਵ ਆਸਪੈਕਟਸ 'ਤੇ ਹੋਣੀ ਚਾਹੀਦੀ ਹੈ, ਨੋਰਮੇਟਿਵ ਆਸਪੈਕਟਸ 'ਤੇ ਨਹੀਂ ਹੋਣੀ ਚਾਹੀਦੀ। ਸੋ ਇਹ ਕੁਝ ਗੱਲਾਂ ਸੀ ਜੋ ਲਾਰਡ ਰੋਬਿਨਸ ਨੇ ਦੱਸੀਆਂ ਕਿ ਕਿਉਂ ਇਕਨੋਮਿਕਸ ਨੂੰ ਪੋਜ਼ੀਟਿਵ ਆਸਪੈਕਟ 'ਤੇ ਰਿਸਟ੍ਰਿਕਟ ਰਹਿਣਾ ਚਾਹੀਦਾ, ਉਹਦੇ ਕੀ ਐਡਵਾਂਟੇਜਸ ਨੇ। ਸੋ ਨੈਕਸਟ ਆਪਾਂ ਗੱਲ ਕਰਦੇ ਹਾਂ ਕਿ ਇਕਨੋਮਿਕਸ ਨੂੰ ਨੋਰਮੇਟਿਵ ਸਾਇੰਸ ਕਿਉਂ ਕਿਹਾ ਜਾਂਦਾ ਹੈ ਜਾਂ ਕਿਉਂ ਇਸ ਨੂੰ ਨੋਰਮੇਟਿਵ ਸਾਇੰਸ ਦੇ ਅੰਡਰ ਸਟੱਡੀ ਕਰਨਾ ਚਾਹੀਦਾ ਹੈ। ਮਾਰਸ਼ਲ ਪੀਗੂ ਵੋਲਫ ਇਹ ਕੁਝ ਇਹੋ ਜਿਹੇ ਇਕੋਨਮਿਸਟ ਨੇ ਜੋ ਇਹ ਕਹਿੰਦੇ ਨੇ ਕਿ ਜੋ ਇਕਨੋਮਿਕਸ ਹੈ ਪੋਜ਼ੀਟਿਵ ਅਤੇ ਨੋਰਮੇਟਿਵ ਦੋਨੋਂ ਤਰ੍ਹਾਂ ਦੀ ਸਾਇੰਸ ਹੈ, ਇਹਦੇ ਅੰਦਰ ਦੋਨੋਂ ਤਰ੍ਹਾਂ ਦੀ ਸਟੱਡੀਜ਼ ਹੋਣੀਆਂ ਚਾਹੀਦੀਆਂ। ਨੋਰਮੇਟਿਵ ਸਾਇੰਸ ਹੈ ਜੋ ਇਹਦਾ ਟੀਚਾ ਹੁੰਦਾ ਹੈ ਨੋਰਮਸ ਸੇ, ਜਿਸ ਤਰ੍ਹਾਂ ਦੇ ਨਾਮ ਤੋਂ ਹੀ ਪਤਾ ਚੱਲ ਰਿਹਾ ਕਿ ਨੋਰਮੇਟਿਵ ਇਮੋਸ਼ਨਸ ਆਈਡੀਅਲਸ ਕੀ ਸਹੀ ਹੈ, ਕੀ ਹੋਣਾ ਚਾਹੀਦਾ ਹੈ। ਅਗਰ ਮਹਿੰਗਾਈ ਇੰਨੀ ਜ਼ਿਆਦਾ ਹੈ ਤਾਂ ਉਹਦਾ ਗਰੀਬਾਂ 'ਤੇ ਕੀ ਅਸਰ ਹੋ ਰਿਹਾ ਹੈ, ਮਹਿੰਗਾਈ ਨੂੰ ਘੱਟ ਕਰਨਾ ਚਾਹੀਦਾ ਹੈ। ਅਗਰ ਅਨਇੰਪਲੋਇਮੈਂਟ ਜ਼ਿਆਦਾ ਹੈ ਤਾਂ ਉਹਦਾ ਇਕੋਨਮੀ ਨੂੰ ਕਿਉਂ ਇਫੈਕਟ ਮਾੜਾ ਹੋ ਰਿਹਾ, ਮਾੜਾ ਇਫੈਕਟ ਨਹੀਂ ਹੋਣਾ ਚਾਹੀਦਾ ਕਿਸੇ ਚੀਜ਼ ਦਾ। ਇਹ ਸਾਰੀਆਂ ਜੋ ਸਟੱਡੀਜ਼ ਨੇ ਉਹ ਨੋਰਮੇਟਿਵ ਸਾਇੰਸ ਦੇ ਅੰਡਰ ਇਕੋਨਮਿਸਟਸ ਕਰਦੇ ਨੇ। ਇਹ ਸਾਰੀਆਂ ਸਟੱਡੀਜ਼ ਹੋਣੀਆਂ ਵੀ ਚਾਹੀਦੀਆਂ ਨੇ ਕਿ ਇਕਨੋਮਿਕ ਡਿਵੈਲਪਮੈਂਟ ਤਾਂ ਹੀ ਹੋ ਸਕਦੀ ਹੈ ਅਗਰ ਕਿਸੇ ਕੰਟਰੀ ਦੇ ਹਿਊਮਨ ਬੀਇੰਗ ਦੀ ਡਿਵੈਲਪਮੈਂਟ ਹੋਏਗੀ, ਉੱਥੋਂ ਦੇ ਲੋਕਾਂ ਦੀ ਅਗਰ ਡਿਵੈਲਪਮੈਂਟ ਹੋਏਗੀ ਤਾਂ ਹੀ ਇਕੋਨਮੀ ਗਰੋ ਕਰੇਗੀ। ਅਗਰ ਉਹਨਾਂ ਨੂੰ ਲਾਈਫ ਸਟੈਂਡਰਡ ਅੱਛਾ ਮਿਲੇਗਾ, ਉਹਨਾਂ ਦਾ ਲਿਵਿੰਗ ਸਟੈਂਡਰਡ ਅੱਛਾ ਹੋਏਗਾ ਤਾਂ ਹੀ, ਅਗਰ ਉਹਨਾਂ ਦੀ ਹੈਲਥ ਅੱਛੀ ਹੋਏਗੀ, ਐਜੂਕੇਸ਼ਨ ਅੱਛੀ ਹੋਏਗੀ ਤਾਂ ਹੀ ਕਿਸੇ ਕੰਟਰੀ ਦੀ ਡਿਵੈਲਪਮੈਂਟ ਕੀਤੀ ਜਾ ਸਕਦੀ ਹੈ। ਸੋ ਇਹ ਸਾਰੀਆਂ ਸਟੱਡੀਜ਼ ਨੇ ਜੋ ਨੋਰਮੇਟਿਵ ਸਾਇੰਸ ਦੇ ਅੰਡਰ ਆਉਂਦੀਆਂ ਨੇ। ਸੋ ਆਪਾਂ ਦੇਖਦੇ ਹਾਂ ਕਿ ਕਿਉਂ ਇਕੋਨਮਿਸਟਸ ਕਹਿੰਦੇ ਨੇ ਕਿ ਇਹਦੀ ਜੋ ਸਟੱਡੀ ਔਰ ਨੋਰਮੇਟਿਵ ਸਾਇੰਸ ਦੇ ਅੰਡਰ ਹੋਣੀ ਚਾਹੀਦੀ ਹੈ। ਕਹਿੰਦੇ ਕਿ ਐਜ਼ ਅ ਨੋਰਮੇਟਿਵ ਸਾਇੰਸ ਇਕੋਨਮਿਕਸ ਵਿਲ ਬੀ ਮੋਰ ਪ੍ਰੈਕਟੀਕਲ। ਕਹਿੰਦੇ ਕਿ ਅਗਰ ਇਹ ਸਟੱਡੀ ਕੀਤਾ ਜਾਏ, ਅਗਰ ਇਹਨੂੰ ਨੋਰਮੇਟਿਵ ਸਾਇੰਸ ਦੇ ਅੰਡਰ ਸਟੱਡੀ ਕੀਤਾ ਜਾਏ, ਹਿਊਮਨ ਬੀਇੰਗ ਦੀ ਵੈਲਫੇਅਰ ਲੈ ਕੇ ਇਹਨੂੰ ਸਟੱਡੀ ਕੀਤਾ ਜਾਏ ਤਾਂ ਕਹਿੰਦੇ ਮੋਰ ਪ੍ਰੈਕਟੀਕਲ ਹੋਏਗੀ। ਸਿਰਫ ਇਹ ਦੱਸਣਾ ਕਾਫੀ ਨਹੀਂ ਹੈ ਕਿ ਕੀ ਪ੍ਰਾਈਸਿਸ ਨੇ ਜਾਂ ਕੀ ਅਨਇੰਪਲੋਇਮੈਂਟ ਰੇਟ ਹੈ, ਕੀ ਗਰੋਥ ਰੇਟ ਹੈ, ਕੀ ਇਨਫਲੇਸ਼ਨ ਰੇਟ ਹੈ। ਇਹ ਵੀ ਨਾਲ ਦੱਸਣਾ ਪਏਗਾ ਕਿ ਉਸ ਨੂੰ ਕਿਸ ਤਰ੍ਹਾਂ ਠੀਕ ਕੀਤਾ ਜਾ ਸਕਦਾ ਹੈ, ਕਿਹੜੀਆਂ ਪੋਲਿਸੀਜ਼ ਨਾਲ ਉਹਨਾਂ ਨੂੰ ਮੈਜਰ ਕੀਤਾ ਜਾ ਸਕਦਾ ਹੈ, ਕਿਵੇਂ ਕੰਟਰੋਲ ਕੀਤਾ ਜਾ ਸਕਦਾ ਹੈ। ਇਹ ਸਾਰੀਆਂ ਸਟੱਡੀਜ਼ ਵੀ ਇਕਨੋਮਿਕਸ ਦੇ ਅੰਦਰ ਹੋਣੀਆਂ ਚਾਹੀਦੀਆਂ ਨੇ ਤਾਂ ਹੀ ਇਹ ਜ਼ਿਆਦਾ ਪ੍ਰੈਕਟੀਕਲ ਹੋਏਗੀ। ਨੈਕਸਟ ਉਹ ਕਹਿੰਦੇ ਨੇ ਮੋਰ ਯੂਜ਼ਫੁਲ। ਉਹ ਕਹਿੰਦੇ ਕਿ ਸਿਰਫ ਅਗਰ ਆਪਾਂ ਇਹ ਦੱਸਾਂਗੇ ਕਿ ਇਕਨੋਮਿਕਸ ਐਜ਼ ਇਕੋਨਮਿਸਟ ਆਪਾਂ ਸਿਰਫ ਇਹ ਸਟੱਡੀ ਕਰਦੇ ਹਾਂ ਕਿ ਕੀ ਗਰੋਥ ਰੇਟ ਹੈ, ਇਹ ਯੂਜ਼ਫੁਲ ਨਹੀਂ ਹੈ। ਪਰ ਜੇ ਆਪਾਂ ਇਹ ਦੱਸਾਂਗੇ ਕਿ ਗਰੋਥ ਰੇਟ ਨੂੰ ਕਿਸ ਤਰ੍ਹਾਂ ਇਨਕਰੀਜ਼ ਕੀਤਾ ਜਾ ਸਕਦਾ ਹੈ, ਕਿਸ ਤਰ੍ਹਾਂ ਬਜਟ ਇਸ ਤਰ੍ਹਾਂ ਦੇ ਬਣਾਏ ਜਾਣ ਕਿ ਕਿਸ ਤਰ੍ਹਾਂ ਡਿਵੈਲਪਮੈਂਟ ਹੋਏ, ਤਾਂ ਕਹਿੰਦੇ ਕਿ ਜ਼ਿਆਦਾ ਯੂਜ਼ਫੁਲ ਹੋਏਗੀ ਕੰਟਰੀ ਦੇ ਲੋਕਾਂ ਲਈ, ਤਾਂ ਹੀ ਕੰਟਰੀ ਦੀ ਡਿਵੈਲਪਮੈਂਟ ਹੋ ਪਾਏਗੀ, ਨੇਸ਼ਨ ਦੀ ਡਿਵੈਲਪਮੈਂਟ ਹੋ ਪਾਏਗੀ, ਵਰਲਡ ਇਕੋਨਮੀ ਡਿਵੈਲਪ ਕਰ ਪਾਏਗੀ। ਸੋ ਇਹ ਬਹੁਤ ਨੋਰਮੇਟਿਵ ਸਾਇੰਸ ਦੇ ਅੰਡਰ ਸਟੱਡੀ ਹੋਣੀ ਚਾਹੀਦੀ ਹੈ ਇਕਨੋਮਿਕਸ ਦੀ ਐਜ਼ ਏ ਨੋਰਮੇਟਿਵ ਸਾਇੰਸ।
ਸੋ ਨੈਕਸਟ ਉਹ ਕਹਿੰਦੇ ਨੇ ਕਿ ਮੋਰ ਇਕਨੋਮਿਕਲ। ਉਹ ਕਹਿੰਦੇ ਕਿ ਅਗਰ ਸਿਰਫ ਇਹ ਦੱਸਾਂਗੇ ਕਿ ਗਰੋਥ ਰੇਟ ਹੈ ਕਿ ਮੈਜਰਮੈਂਟਸ ਨੇ ਉਹ ਇੰਨੀ ਇਕਨੋਮਿਕਲ ਨਹੀਂ, ਪਰ ਅਗਰ ਦੋਨਾਂ ਸਟੱਡੀਜ਼ ਨੂੰ ਇਨਕਲੂਡ ਕੀਤਾ ਜਾਂਦਾ ਹੈ ਨੋਰਮੇਟਿਵ ਸਾਇੰਸ ਅਤੇ ਪੋਜ਼ੀਟਿਵ ਸਾਇੰਸ, ਉਹ ਕਹਿੰਦੇ ਕਿ ਮੋਰ ਇਕਨੋਮਿਕਲ ਹੋਏਗਾ ਅਗਰ ਉਹਦੇ 'ਤੇ ਸੇਮ ਇਕੋਨਮਿਸਟ ਘੱਟ ਉਹਦੀ ਲੇਬਰ ਹੋਏਗੀ ਜੋ ਦੋਨੋਂ ਤਰ੍ਹਾਂ ਦੀ ਸਟੱਡੀਜ਼ ਕਰ ਸਕੇਗੀ, ਤਾਂ ਇਹ ਮੋਰ ਇਕਨੋਮਿਕਲ ਹੋਏਗਾ, ਖਰਚੇ ਘੱਟ ਹੋਣਗੇ, ਗਵਰਨਮੈਂਟ ਨੂੰ ਖਰਚਾ ਘੱਟ ਕਰਨਾ ਪਏਗਾ, ਅਲੱਗ-ਅਲੱਗ ਸਟੱਡੀਜ਼ ਨਹੀਂ ਕਰਨੀਆਂ ਪੈਣਗੀਆਂ। ਸੋ ਇਹ ਜ਼ਿਆਦਾ ਇਕਨੋਮਿਕਲ ਹੋਏਗਾ। ਸੋ ਲਾਸਟ 'ਤੇ ਕਨਕਲੂਡ ਕੀਤਾ ਗਿਆ ਹੈ ਕਿ ਪ੍ਰੋਫੈਸਰ ਜੋ ਵਾਗਨਰ ਨੇ ਉਹ ਕਹਿੰਦੇ ਨੇ ਕਿ ਇਕਨੋਮਿਕਸ ਦੋਨੋਂ ਹੀ ਹੈ, ਪੋਜ਼ੀਟਿਵ ਸਾਇੰਸ ਵੀ ਹੈ ਅਤੇ ਨੋਰਮੇਟਿਵ ਸਾਇੰਸ ਹੀ ਹੈ। ਇਹ ਡਿਬੇਟ ਚੱਲਦੀ ਹੀ ਰਹੇਗੀ ਕਿ ਇਹ ਪੋਜ਼ੀਟਿਵ ਸਾਇੰਸ ਹੈ ਜਾਂ ਨੋਰਮੇਟਿਵ ਸਾਇੰਸ ਹੈ, ਪਰ ਅਕੋਰਡਿੰਗ ਟੂ ਪ੍ਰੋਫੈਸਰ ਵਾਗਨਰ ਉਹ ਕਹਿੰਦੇ ਨੇ ਕਿ ਦੋਨਾਂ ਤਰ੍ਹਾਂ ਦੀ ਸਟੱਡੀਜ਼ ਨੇ ਜੋ ਇਕਨੋਮਿਕਸ ਦੇ ਅੰਦਰ ਹੁੰਦੀਆਂ ਨੇ। ਆਪਾਂ ਦੇਖਦੇ ਹੀ ਹਾਂ ਕਿ ਜੋ ਇਕੋਨਮਿਸਟ ਨੇ ਆਪਣੇ ਜੋ ਆਪਣੀ ਕੰਟਰੀ ਵਿੱਚ ਜੋ ਬਜਟ ਬਣਦਾ ਹੈ, ਜੋ ਇਕੋਨਮਿਸਟ ਬਜਟ ਵਗੈਰਾ ਤਿਆਰ ਕਰਦੇ ਨੇ, ਉਹ ਸਟੱਡੀ ਕਰਦੇ ਨੇ ਕਿ ਕਿਸ ਤਰ੍ਹਾਂ ਇਨਫਲੇਸ਼ਨ ਰੇਟ ਘਟਾਇਆ ਜਾਏ, ਕਿਸ ਤਰ੍ਹਾਂ ਡਿਵੈਲਪਮੈਂਟ ਕੀਤੀ ਜਾਏ। ਸੋ ਇਹ ਦੋਨਾਂ ਤਰ੍ਹਾਂ ਦੀਆਂ ਸਟੱਡੀਜ਼ ਹੁੰਦੀਆਂ ਹੀ ਰਹਿੰਦੀਆਂ ਨੇ। ਆਈ ਹੋਪ ਕਿ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਹੋਏਗੀ, ਤੁਹਾਨੂੰ ਕੰਸੈਪਟ ਸਮਝ ਆਇਆ ਹੋਏਗਾ। ਇਹ ਪਾਰਟ 2 ਸੀ ਜੋ ਨੇਚਰ ਆਫ ਇਕਨੋਮਿਕਸ ਦਾ ਸੀ। ਪਾਰਟ 1 ਮੈਂ ਆਲਰੇਡੀ ਉਹਦੀ ਵੀਡੀਓ ਇੱਕ ਤਿਆਰ ਕਰ ਚੁੱਕੀ ਹਾਂ, ਉਹਦਾ ਲਿੰਕ ਮੈਂ ਤੁਹਾਨੂੰ ਡਿਸਕ੍ਰਿਪਸ਼ਨ ਵਿੱਚ ਸੈਂਡ ਕਰਦੀ ਹਾਂ। ਅਗਰ ਤੁਸੀਂ ਇਹ ਵੀਡੀਓ ਦੇਖ ਰਹੇ ਹੋ ਤਾਂ ਤੁਹਾਨੂੰ ਉਹ ਵੀਡੀਓ ਪਹਿਲੇ ਦੇਖਣੀ ਪਏਗੀ, ਕਿਉਂਕਿ ਉਹਦੇ ਵਿੱਚ ਨੇਚਰ ਆਫ ਇਕਨੋਮਿਕਸ ਬਾਰੇ ਪੂਰੀ ਤਰ੍ਹਾਂ ਗੱਲ ਕੀਤੀ ਗਈ ਹੈ, ਕਿਉਂ ਉਸਨੂੰ ਸਾਇੰਸ ਕਿਹਾ ਜਾਂਦਾ ਹੈ, ਕੀ ਕਰੈਕਟਰਿਸਟਿਕਸ ਨੇ, ਉਹ ਸਾਰੀ ਉਹਦੇ ਵਿੱਚ ਗੱਲ ਕੀਤੀ ਜਾ ਚੁੱਕੀ ਹੈ, ਡਿਸਕਸ ਕਰ ਚੁੱਕੇ ਹਾਂ। ਸੋ ਉਹਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਵਿੱਚ ਮਿਲ ਜਾਏਗਾ। ਤੁਸੀਂ ਪਹਿਲਾਂ ਉਸ ਵੀਡੀਓ ਨੂੰ ਦੇਖਣਾ, ਫਿਰ ਇਸ ਵੀਡੀਓ ਨੂੰ ਦੇਖਣਾ, ਤਾਂ ਹੀ ਤੁਹਾਨੂੰ ਸਮਝ ਆਏਗੀ। ਉਮੀਦ ਹੈ ਤੁਹਾਨੂੰ ਮੇਰੀ ਵੀਡੀਓਜ਼ ਚੰਗੀਆਂ ਲੱਗ ਰਹੀਆਂ ਹੋਣਗੀਆਂ, ਤੁਹਾਨੂੰ ਕੰਸੈਪਟ ਕਲੀਅਰ ਹੋ ਰਹੇ ਹੋਣਗੇ। ਅਗਰ ਤੁਹਾਨੂੰ ਵੀਡੀਓਜ਼ ਅੱਛੀਆਂ ਲੱਗ ਰਹੀਆਂ ਪਲੀਜ਼ ਵੀਡੀਓਜ਼ ਨੂੰ ਸ਼ੇਅਰ ਕਰੋ, ਲਾਈਕ ਕਰੋ, ਕਮੈਂਟ ਕਰੋ। ਅਗਰ ਕੋਈ ਡਾਊਟ ਹੈ ਤਾਂ ਪਲੀਜ਼ ਕਮੈਂਟ ਕਰੋ, ਚੈਨਲ ਨੂੰ ਸਬਸਕ੍ਰਾਈਬ ਕਰੋ। ਥੈਂਕ ਯੂ।